ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਨਾਰਥ ਅਮਰੀਕਾ ਨਿਊਜ਼ ਦੇ ਵਿੱਚ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ ਤੇ ਸ਼ੁਰੂਆਤ ਵਿੱਚ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਖਬਰਾਂ ਤੇ। ਕੋਰੋਨਾ ਵਾਇਰਸ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਲਈ ਕੈਨੇਡਾ ਸਰਕਾਰ ਸਕੂਲਾਂ ਨੂੰ ਦੇਵੇਗੀ $2 ਬਿਲੀਅਨ ਦਾ ਫੰਡ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਦੇ ਚੱਲਦਿਆਂ ਵਧਾਈ ਬੱਚਿਆਂ ਦੀ ਸੁਰੱਖਿਆ। ਬਰਨਬੀ ਦੀ ਸਿਟੀ ਕੌਂਸਲ ਨੇ 6 ਸਤੰਬਰ ਨੂੰ ਭਾਈ ਜਸਵੰਤ ਸਿੰਘ ਖਾਲੜਾ ਦਿਵਸ ਮਨਾਉਣ ਦਾ ਕੀਤਾ ਐਲਾਨ। ਇਸ ਸੰਬੰਧੀ ਬਰਨਬੀ ਦੇ ਮੇਅਰ ਮਾਈਕ ਹਾਰਲੀ ਦੇ ਦਸਤਖਤਾਂ ਹੇਠ ਐਲਾਨਨਾਮਾ ਕੀਤਾ ਗਿਆ ਜਾਰੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤੀ ਸਾਫਟਵੇਅਰ ਇੰਜੀਨੀਅਰ ਬੀਬੀ ਨੂੰ ਦਿੱਤੀ ਅਮਰੀਕੀ ਨਾਗਰਿਕਤਾ। ਟਰੰਪ ਵੱਲੋਂ ਨਾਗਰਿਕਤਾ ਦੇਣ ਦੇ ਲਈ ਦੁਰਲੱਭ ਸਮਾਰੋਹ ਦੀ ਕੀਤੀ ਗਈ ਪ੍ਰਧਾਨਗੀ। ਸਾਫਟਵੇਅਰ ਡਿਵੈਲਪਰ ਸਮੇਤ 5 ਤੇ ਹੁਣ ਖਬਰਾਂ ਦਾ ਵਿਸਥਾਰ। ਕੋਰੋਨਾ ਵਾਇਰਸ ਦੇ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਲਈ ਕੈਨੇਡਾ ਵਿੱਚ ਜੱਦੋ-ਜਹਿਦ ਚੱਲ ਰਹੀ ਹੈ। ਅਜਿਹੇ ਮਾਹੌਲ ਦੇ ਵਿੱਚ ਮਾਪਿਆਂ ਨੂੰ ਬੱਚਿਆਂ ਦੀ ਸੁਰੱਖਿਆ ਦੀ ਬਹੁਤ ਚਿੰਤਾ ਹੈ। ਇਸ ਗੱਲ ਨੂੰ ਮੁੱਖ ਰੱਖਦਿਆਂ ਕੈਨੇਡਾ ਸਰਕਾਰ ਨੇ ਸਕੂਲਾਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਾਰੀਆਂ ਟੈਰੀਟਰੀਜ਼ ਅਤੇ ਸੂਬਿਆਂ ਦੇ ਸਕੂਲਾਂ ਨੂੰ $2 ਬਿਲੀਅਨ ਦਾ ਫੰਡ ਦੇਣ ਦਾ ਫੈਸਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਵਾਸਤੇ ਇਹ ਫੰਡ 2 ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਸਿਹਤ ਮਾਹਰਾਂ ਨੇ ਸਰਕਾਰ ਨੂੰ ਸਲਾਹ ਵੀ ਦਿੱਤੀ ਹੈ ਕਿ ਇੱਕ ਕਲਾਸ ਵਿੱਚ ਵੱਧ ਤੋਂ ਵੱਧ 15 ਵਿਦਿਆਰਥੀ ਹੋਣ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦਾ ਖਾਸ ਧਿਆਨ ਰੱਖਣ ਦੇ ਨਾਲ-ਨਾਲ ਮਾਸਕ ਪਾਉਣਾ ਵੀ ਲਾਜ਼ਮੀ ਕੀਤਾ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸੂਬਾ ਤੇ ਟੈਰੀਟਰੀ ਨੇਤਾਵਾਂ ਨੂੰ ਇਹ ਆਜ਼ਾਦੀ ਹੋਵੇਗੀ ਕਿ ਉਹ ਸੰਘੀ ਸਰਕਾਰ ਵੱਲੋਂ ਸਕੂਲਾਂ ਨੂੰ ਅਲਾਟ ਕੀਤੇ ਗਏ ਫੰਡ ਦੀ ਵਰਤੋਂ ਆਪਣੇ ਹਿਸਾਬ ਨਾਲ ਕਰ ਸਕਣਗੇ। ਉਹਨਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਵੱਜੋ ਦੇਣ ਦੀ ਵੀ ਅਪੀਲ ਕੀਤੀ। ਦੱਸਦੀ ਹੈ ਕਿ ਬਹੁਤ ਸਾਰੇ ਮਾਪੇ ਅਜੇ ਵੀ ਦੁਚਿੱਤੀ ਵਿੱਚ ਨੇ, ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਜਾਂ ਨਾ ਭੇਜਣ, ਪਰ ਕਈ ਮਾਪਿਆਂ ਦਾ ਮੰਨਣਾ ਹੈ ਕਿ ਜੇਕਰ ਬੱਚਿਆਂ ਨੂੰ ਸੁਰੱਖਿਆ ਦਿੱਤੀ ਜਾਵੇ ਤਾਂ ਉਹਨਾਂ ਨੂੰ ਸਕੂਲ ਜਾ ਕੇ ਪੜ੍ਹਾਈ ਕਰਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਬੀਤੇ ਦਿਨੀ ਕੈਨੇਡਾ ਦੀ ਪਾਰਟੀ ਕੰਜ਼ਰਵੇਟਿਵ ਨੇ ਆਪਣਾ ਨਵਾਂ ਮੁਖੀ ਚੁਣਿਆ ਤੇ ਉਸ ਤੋਂ ਬਾਅਦ ਚੋਣਾਂ ਸੰਬੰਧੀ ਵਿਚਾਰ ਪੇਸ਼ ਹੋਣੇ ਸ਼ੁਰੂ ਹੋ ਗਏ। ਐਂਡਰੂ ਸ਼ੀਰ ਦੀ ਥਾਂ ਹੁਣ ਐਰਨ ਓਟੂਲ ਨੇ ਸੰਭਾਲ ਲਈ ਹੈ। ਤਾਜ਼ਾ ਸਰਵੇਖਣ ਦੇ ਮੁਤਾਬਕ ਜੇਕਰ ਹੁਣ ਚੋਣਾਂ ਹੋ ਜਾਣ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਧੇਰੇ ਵੋਟਾਂ ਮਿਲਣ ਦੀ ਆਸ ਹੈ। ਟਰੂਡੋ ਦੀ ਲਿਬਰਲ ਪਾਰਟੀ ਦੇ ਮੁੜ ਝੰਡੇ ਗੱਡਣ ਦੀ ਆਸ ਲੋਕਾਂ ਨੂੰ ਵਧੇਰੇ ਹੈ। ਕੋਰੋਨਾ ਵਾਇਰਸ ਤੋਂ ਦੇਸ਼ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਟਰੂਡੋ ਦੀ ਕਾਰਗੁਜ਼ਾਰੀ ਦੀਆਂ ਬਹੁਤ ਲੋਕ ਸਿਫਤਾਂ ਕਰ ਰਹੇ ਨੇ, ਪਰ ਵੀ ਚੈਰਿਟੀ ਦੇ ਮੁੱਦੇ ਵਿੱਚ ਫਸੇ ਟਰੂਡੋ ਦੀ ਵੋਟ ਬੈਂਕ ਪ੍ਰਭਾਵਿਤ ਹੋ ਸਕਦੀ ਹੈ। ਲੀਗਲ ਐਂਡ ਦੀ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਹੁਣ ਚੋਣਾਂ ਹੁੰਦੀਆਂ ਨੇ ਤਾਂ ਲਗਭਗ 38% ਲੋਕ ਜਸਟਿਨ ਟਰੂਡੋ ਨੂੰ ਹੀ ਮੁੜ ਪ੍ਰਧਾਨ ਮੰਤਰੀ ਚੁਣਨਗੇ। 30% ਲੋਕ ਕੰਜ਼ਰਵੇਟਿਵ ਅਤੇ 18% ਲੋਕ ਐਨਡੀਪੀ ਦੇ ਸਮਰਥਨ ਵਿੱਚ ਖੜੇ ਹੋ ਸਕਦੇ ਨੇ। ਗ੍ਰੀਨ ਪਾਰਟੀ ਦੇ ਹੱਕ ਵਿੱਚ 6% ਲੋਕ ਨੇ। ਇਮਾਨਦਾਰੀ ਅਤੇ ਨੇਕੀ ਸੰਬੰਧੀ ਪੁੱਛੇ ਪ੍ਰਸ਼ਨਾਂ ਵਿੱਚ 24% ਲੋਕਾਂ ਨੇ ਜਗਮੀਤ ਸਿੰਘ, 16% ਨੇ ਟਰੂਡੋ ਅਤੇ 12% ਨੇ ਟੂਲ ਨੂੰ ਚੁਣਿਆ। 30% ਲੋਕਾਂ ਨੇ ਕਿਹਾ ਹੈ ਕਿ ਮਹਾਮਾਰੀ ਕੋਰੋਨਾ ਵਾਇਰਸ ਦੌਰਾਨ ਅਰਥ ਵਿਵਸਥਾ ਨੂੰ ਮੋੜ ਲਈ ਤੇ ਲਿਆਉਣ ਦੇ ਲਈ ਟਰੂਡੋ ਸਭ ਤੋਂ ਵਧੀਆ ਨੇਤਾ ਨੇ। ਉਹਨਾਂ ਜਗਮੀਤ ਸਿੰਘ ਤੇ ਟੂਲ ਨੂੰ ਘੱਟਯੋਗ ਸਮਝਿਆ। ਕੈਨੇਡਾ ਦੇ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮਿਨਿਸਟਰ ਨਵਦੀਪ ਬੈਂਸ ਨੇ ਕੋਵਿਡ-19 ਮਹਾਮਾਰੀ ਦੌਰਾਨ ਕੈਨੇਡਾ ਸਰਕਾਰ ਵੱਲੋਂ ਸਾਈਨ ਕੀਤੇ ਗਏ ਕੰਟਰੈਕਟਸ ਅਤੇ ਐਗਰੀਮੈਂਟਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਹੈ ਕਿ ਨੈਕਸਟ ਜਨਰੇਸ਼ਨ ਮੈਨੂਫੈਕਚਰਿੰਗ ਸੁਪਰ ਕਲਸਟਰ ਐਗਰੀਮੈਂਟਸ ਸਾਈਨ ਕੀਤਾ ਗਿਆ ਸੀ, ਜਿਸ ਵਿੱਚ ਫੇਸ਼ੀਅਲ ਸ਼ੀਲਡਸ ਬਣਾਉਣ ਦਾ ਟੀਚਾ ਮਿਥਿਆ ਗਿਆ ਸੀ। ਇਸ ਤਰ੍ਹਾਂ ਹੀ ਇੱਕ ਹਫ਼ਤੇ ਦੇ 3 ਮਿਲੀਅਨ ਤੋਂ ਜ਼ਿਆਦਾ ਸ਼ੀਲਡਸ ਬਣਾਏ ਜਾ ਰਹੇ ਨੇ। I want to share an update on contracts we've signed with Canadian companies as part of our Made in Canada efforts to fight COVID-19. In early April, the Next Generation Manufacturing Supercluster announced an agreement with a consortium led by Molded Precision Components with partner Sterling Medical to produce face shields. Today, Molded Precision Components is now producing more than 3 million shields a week. This has allowed them to maintain all existing positions and add 166 new jobs. They're also now in the process of opening a second manufacturing facility in Ontario. Of course, in true Canadian fashion, the group has also donated shields to community organizations such as the Barrie Fire Department and the local healthcare facilities. So moving now to this week's new agreements. Through the Innovative Solutions Canada program, we have signed a contract with Innova Tools to develop a hand-washable, reusable face shield. With these face shields, RCMP members will be able to perform tasks in close proximity where social distancing cannot be respected. These face shields will allow the public to see RCMP members' faces when interacting with them. After testing, Innova Tools estimates these innovative shields will be market ready in about 6 months. Also, under the Innovative Solutions Canada program, we've signed 3 more contracts. First, Fusion Genomics has developed a technology capable of detecting all viruses, such as COVID-19, that affect humans and that also appear to be carried
by animals. The firm will work with the Canadian Food Inspection Agency to survey a number of target species for COVID-19 and other viruses considered to be a threat to human health. Next, Global Spatial Technology Solutions is using an AI-based system to process satellite and maritime data sets to assist decision makers within the Department of National Defense in real time. ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਐਲਾਨ ਕੀਤਾ ਹੈ। ਫੋਰਡ ਨੇ ਆਪਣੇ ਖੇਤਰ ਵਿੱਚ ਸਕੂਲਾਂ ਦੇ ਵਾਧੇ ਅਤੇ ਵਿਸਥਾਰ ਦੇ ਲਈ ਫੰਡ ਦੀ ਘੋਸ਼ਣਾ ਕੀਤੀ ਹੈ। ਫੋਰਡ ਨੇ ਕਿਹਾ ਕਿ ਅਸੀਂ ਆਪਣੇ ਸਕੂਲਾਂ ਵਿੱਚ ਹਾਈ ਸਪੀਡ ਡੇਟਾ, ਵਧੀਆ ਇਨਫਰਾਸਟ੍ਰਕਚਰ, ਮਾਡਰਨ ਕਲਾਸਰੂਮ, 에ਅਰ ਕੰਡੀਸ਼ਨ, ਹੀਟਿੰਗ ਮਟੀਰੀਅਲ ਦੀਆਂ ਸਹੂਲਤਾਂ ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਜਾ ਰਹੇ ਹਾਂ। They've all been working around the clock to deliver results for the people of Etobicoke. That includes advancing another milestone last week with the RFP for tunneling work for along Eglinton Crosstown West Extension project, which again, my friends, other elected officials before us said it would never ever get done. Well, we're getting it done, and it's exciting news. This will provide better rapid transit options for Etobicoke residents. That also includes a new long-term care facility with 320 more beds by the end of 2021, thanks to our great partners at Humber River Hospital. And our government is providing $28 million over the 4 years to combat gun and gang violence in our city, including recently supporting the Toronto Police Services project, Engage, to intervene earlier with our young people. Investing in our young people is so important. They're the future of this province. We need to make sure they have every opportunity to excel. We need to remove the barriers that prevent them from reaching their full potential. And it starts with getting a good education. Our vibrant community here in Etobicoke is growing. We want parents to see this community as a place where their kids have access to good schools, a place where students can flourish and chart a path to success. Last month, our government announced a $500 million investment to build 30 brand new schools and expand 15 existing schools across our great province. This is part of the government's commitment to provide $12 billion for new and existing schools over 10 years. We want to build modern classrooms with access to high-speed internet, air conditioning, heating systems, and accessible ramps and elevators, because our kids deserve the absolute best learning environment we can give them. As part of that investment, I'm excited to announce today we're investing almost $16 million to build a new Catholic elementary school right here in Etobicoke. ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੀਚਰ ਨੇ ਸਕੂਲਾਂ ਦੇ ਵਿਸਥਾਰ ਦੀ ਰਣਨੀਤੀ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸਕੂਲ ਹੀ ਉਹ ਜਗ੍ਹਾ ਹੈ ਜਿੱਥੇ ਬੱਚਿਆਂ ਦੀ ਸੋਚ ਦਾ ਵਿਕਾਸ ਹੁੰਦਾ ਹੈ। ਇਸ ਦੇ ਲਈ ਅਸੀਂ ਬਿਹਤਰ ਤੋਂ ਬਿਹਤਰ ਸਹੂਲਤਾਂ ਦੇਣ ਜਾ ਰਹੇ ਹਾਂ। ਉਹਨਾਂ ਕਿਹਾ ਕਿ ਖਾਸ ਤੌਰ ਤੇ ਕੋਵਿਡ-19 ਮਹਾਮਾਰੀ ਦੇ ਇਸ ਦੌਰ ਦੇ ਵਿੱਚ ਪ੍ਰਵੀਨ ਸਰਕਾਰ ਸਕੂਲਾਂ ਦੇ ਲਈ ਖਾਸ ਰਣਨੀਤੀ ਬਣਾ ਰਹੀ ਹੈ। Know just how much school means to communities like we have here in Etobicoke and to students and families, teachers and staff members. Schools are the heart of our communities. They are centers of discovery, of learning and social development. As we continue our recovery efforts from COVID-19, it's essential that we ensure we remain steadfast in our mission to be a province where everyone can succeed, with our younger generation front and center of this mission. For many communities, they need better schools with, as the Premier noted, access to high-speed internet, proper ventilation, state-of-the-art learning facilities. Our students deserve no less. It's why in July, our government announced that we are investing in the future of young people with a school infrastructure investment of over $500 million to build new schools, to renovate existing schools, and to expand childcare spaces for working moms and dads. These dollars are part of a much larger investment of over $12 billion in capital grants over the next 10 years. It is supported by over $1.4 billion in maintenance funding, ensuring our schools are up to date and safe. New schools, major school additions, and nearly 900 childcare spots. We are supporting our parents and the next generation. We know that parents have been loud and clear here in Etobicoke, who haven't seen a new Catholic school in their new neighborhood in quite some time. And I have to acknowledge the incredible work of King and Christine for their advocacy, for standing up for their constituents every single day and ensuring the funding flows where it is needed most. Our schools lay the groundwork for student success. We ensure they get the most out of their educational experience, enabling them to get into college, university, and to the skilled trades. This all starts in our schools.
Today's announcement is about giving our students, not just in Etobicoke, but right across the province, the best starting ground possible, and ensuring that schools remain the cornerstone of thriving communities across the province. We're also working closely with our school boards to ensure these neighborhoods with higher rates of transmission receive additional supports to ensure we keep our kids safe. So we're pleased to see that by working with school boards, we're making those investments, additional investments to reduce the risk in targeted communities like here in Etobicoke. And I'm proud to be here in Etobicoke celebrating this landmark investment in our students. I know that many students and families will benefit from this investment for generations to come. ਬਰੈਂਪਟਨ ਦੇ ਸਪਰੈਂਜਾ ਬੈਂਕੁਏਟ ਹਾਲ ਦੇ ਵਿੱਚ GTA ਭਰ ਤੋਂ ਬੈਂਕੁਏਟ ਹਾਲ ਦੇ ਮਾਲਕਾਂ ਅਤੇ ਸਿਟੀ ਵਾਲੇ ਲਾਅ ਅਧਿਕਾਰੀਆਂ ਦੀ ਇੱਕ ਭਰਵੀਂ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਬੈਂਕੁਏਟ ਹਾਲ ਮਾਲਕਾਂ ਵੱਲੋਂ ਆਪਣੇ ਬਿਜ਼ਨਸ ਵਿੱਚ ਹੋ ਰਹੇ ਨੁਕਸਾਨ ਬਾਰੇ ਅਧਿਕਾਰੀਆਂ ਨੂੰ ਦੱਸਿਆ ਗਿਆ ਅਤੇ ਵਾਇਲਾ ਵਿੱਚ ਥੋੜੀ ਨਰਮੀ ਵਰਤੇ ਜਾਣ ਦੀ ਅਪੀਲ ਕੀਤੀ ਗਈ ਤਾਂ ਜੋ ਬਿਜ਼ਨਸ ਦੁਬਾਰਾ ਤੋਂ ਆਪਣੇ ਪੈਰਾਂ ਸਿਰ ਖੜੇ ਹੋ ਸਕਣ। ਅਧਿਕਾਰੀਆਂ ਵੱਲੋਂ ਸੁਝਾਅ ਨੋਟ ਕਰ ਲਏ ਗਏ ਨੇ ਅਤੇ ਉਹਨਾਂ ਭਰੋਸਾ ਦਿਵਾਇਆ ਕਿ ਜਲਦੀ ਹੀ ਇਸ ਦੇ ਉੱਤੇ ਵਿਚਾਰ ਵੀ ਕਰਨਗੇ। ਇਸ ਮੌਕੇ ਤੇ ਮਿਸੀਸਾਗਾ ਤੋਂ MPP ਨੀਨਾ ਤਾਂਗੜੀ ਤੇ ਦੀਪਕ ਆਨੰਦ ਨੇ ਵੀ ਸ਼ਿਰਕਤ ਕੀਤੀ। ਅਸੀਂ ਅੱਜ ਇੱਥੇ ਮੀਟਿੰਗ ਰੱਖੀ ਸੀਗੀ, ਆਪਣੇ ਬਾਇਲੋ ਆਫੀਸਰਸ ਨੂੰ ਇੱਥੇ ਬੁਲਾਇਆ ਸੀਗਾ, ਪੀਲ ਹੈਲਥ ਆਫੀਸ਼ੀਅਲਸ ਨੂੰ ਅਸੀਂ ਇੱਥੇ ਬੁਲਾਇਆ ਸੀਗਾ ਕਲੀਅਰ ਕਰਨ ਲਈ ਕਿ ਅਸੀਂ ਕਿਸ ਤਰ੍ਹਾਂ ਇਹ ਆਪਣੇ ਹਾਲ ਨੂੰ ਆਪਰੇਟ ਕਰ ਸਕਦੇ ਹਾਂ, ਕਿਉਂਕਿ ਸਾਡੀਆਂ ਜਿਹੜੀਆਂ ਪਾਰਟੀਜ਼ ਬੁੱਕ ਹੈ ਐਵਰੀਬਡੀ ਇਜ਼ ਕਨਫਿਊਜ਼, ਕਿਸੇ ਨੂੰ ਇਹ ਨਹੀਂ ਸਮਝ ਲੱਗ ਰਿਹਾ ਕਿ ਅਸੀਂ ਕਿੰਨੇ ਬੰਦੇ ਉੱਥੇ ਅਸੀਂ ਹਾਲ ਦੇ ਵਿੱਚ ਕਰ ਸਕਦੇ ਹਾਂ, ਕਿੰਨੇ ਇਨ ਹੈ ਕਿੰਨੇ ਆਊਟ ਹੈ, ਜਿਹਦੇ ਕਰਕੇ ਬਰੈਂਪਟਨ ਤੋਂ ਮਿਸੀਸਾਗਾ ਤੋਂ ਵੌਨ ਤੋਂ ਇੱਥੇ ਬੈਂਕਟ ਹਾਲ ਓਨਰਸ ਆਏ ਆ ਅਤੇ ਉਹਨਾਂ ਨੇ ਕੁਐਸਚਨਸ ਉਹਨਾਂ ਨੂੰ ਪੁੱਛੇ ਹੈਗੇ ਆ ਕਿ ਸਾਡੀ ਜਿਹੜੀ ਕਪੈਸਿਟੀ ਕੀ ਹੈ। ਅਸੀਂ ਉਹਨਾਂ ਨੇ ਜੋ ਸੋ ਫਾਰ ਜੋ ਸਾਨੂੰ ਕਲੀਅਰ ਕੀਤਾ ਉਹ ਇਹ ਕੀਤਾ ਹੈਗਾ ਕਿ 50 ਅਸੀਂ ਪਰ ਰੂਮ ਵਿੱਚ ਕਰ ਸਕਦੇ ਹਾਂ ਮੈਕਸਿਮਮ। ਅਸੀਂ ਕੈਫੇਟੇਰੀਆ ਸਟਾਈਲ ਕਰ ਸਕਦੇ ਹਾਂ, ਲੇਕਿਨ ਅਸੀਂ ਜਿਹੜੇ ਡਰਿੰਕਸ ਹੈਗੀਆਂ ਵੈ ਉਹ ਅਸੀਂ ਸਰਵ ਨਹੀਂ ਕਰ ਸਕਦੇ ਬਾਰ ਦੇ ਉੱਪਰ, ਉਹ ਅਸੀਂ ਸਿਰਫ ਤੁਹਾਨੂੰ ਔਨ ਦ ਟੇਬਲ ਸਰਵ ਕਰਾਂਗੇ। ਪਲੱਸ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਜੇ ਤੁਸੀਂ ਕਿਊਬੈਕ ਦੇ ਵਿੱਚ ਜੁਲਾਈ ਦੇ ਵਿੱਚ 200-250 ਬੰਦਾ ਹੋ ਗਿਆ, ਉਹਨਾਂ ਨੇ ਕਰ ਦਿੱਤਾ ਲਾਓ। ਹਾਲਾਂਕਿ ਕਿਊਬੈਕ ਦੇ ਕੇਸ ਜ਼ਿਆਦਾ ਹੈ ਓਨਟੇਰੀਓ ਦੇ ਨਾਲੋਂ। ਓਨਟੇਰੀਓ ਵਿੱਚ ਹਜੇ ਵੀ ਕਿਉਂ 50 ਬੰਦੇ ਲੈ ਕੇ ਚੱਲੇ ਜਾ ਰਹੇ ਆ, ਹਜੇ ਵੀ ਉਹਨਾਂ ਨੂੰ ਸਾਨੂੰ ਹਜੇ ਵੀ 50 ਦੀ ਲਿਮਿਟ ਕਿਉਂ ਹੈ। ਅਸੀਂ ਫੋਰਸ ਕਰ ਰਹੇ ਹਾਂ ਇਹਨਾਂ ਪੀਲ ਆਫੀਸਰਸ ਨੂੰ, ਇੱਥੇ MPPs ਆਏ ਹੈਗੇ ਆ ਜਿਨ੍ਹਾਂ ਨੂੰ ਅਸੀਂ ਫੋਰਸ ਕਰ ਰਹੇ ਕਿ ਸਾਨੂੰ 50 to 60% ਅਲਾਓ ਕੀਤਾ ਜਾਵੇ ਕਿ ਅਸੀਂ ਆਪਣੀ ਵੈਨਿਊ ਆਪਰੇਟ ਕਰ ਸਕੀਏ, ਕਿਉਂਕਿ ਵਿਦ 50 ਪੀਪਲ ਸਾਡੇ ਏਸ਼ੀਅਨ ਕਮਿਊਨਿਟੀ ਦੇ ਵਿੱਚ ਸਾਨੂੰ 50 ਪੀਪਲ ਇਜ਼ ਨੈਕਸਟ ਟੂ ਨਥਿੰਗ। ਸੋ ਵੀ ਹੈਵ ਟੂ ਮੇਕ ਸ਼ੋਰ ਕਿ ਸਾਨੂੰ ਮਿਊਜ਼ਿਕ ਭੰਗੜਾ ਪਾਉਣ ਦਾ ਸਾਨੂੰ ਕੁਛ ਲਿਮਿਟ ਸੋਸ਼ਲ ਡਿਸਟੈਂਸਿੰਗ ਨੂੰ ਫੋਲੋ ਕਰਕੇ ਅਸੀਂ ਐਟਲੀਸਟ ਆਪਣੀਆਂ ਪਾਰਟੀਆਂ ਚਲਾ ਸਕੀਏ। ਅੱਜ ਅਸੀਂ ਇਕੱਠੇ ਹੋਏ ਸਪਰੈਂਜਾ ਬੈਂਕੁਏਟ ਹਾਲ ਤੇ and we're here with bylaw enforcement officers from Brampton and with Peel Public Health to discuss about how we can open up these banquet facilities for weddings, receptions, seminars and other events so that they can do it safely while at the same time make sure that they're following the rules that we as the provincial government have set for them, and for the bylaw enforcement as well, to make sure that everyone is doing everything that's necessary with the correct screening. And I do want to thank all of the viewers out there for everything you are doing to physically distance, for staying safe, to hopefully eventually eradicate COVID-19 so we can get back to some kind of normalcy. This is an industry here as banquet facilities that have been suffering very, very much throughout COVID-19. I know many of you have been hopefully having your weddings or your engagements and having parties that you prepared for that you haven't had to have. So we're trying to find a way that we can have them re-established again, but in a safe manner. So thank you once again for doing your part. ਸਰੀ ਦੇ ਲਾਗਲੇ ਸ਼ਹਿਰ ਬਰਨਬੀ ਦੀ ਸਿਟੀ ਕੌਂਸਲ ਨੇ 6 ਸਤੰਬਰ ਦਾ ਦਿਨ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਬਰਨਬੀ ਦੇ ਮੇਅਰ ਮਾਈਕ ਹਾਰਲੀ ਦੇ ਦਸਤਖਤਾਂ ਹੇਠ ਐਲਾਨਨਾਮਾ ਵੀ ਜਾਰੀ ਕੀਤਾ ਗਿਆ। ਪੇਸ਼ ਹੈ ਖਾਸ ਰਿਪੋਰਟ। ਸਰੀ ਦੇ ਲਾਗਲੇ ਸ਼ਹਿਰ ਬਰਨਬੀ ਦੀ ਸਿਟੀ ਕੌਂਸਲ ਨੇ 6 ਸਤੰਬਰ ਦਾ ਦਿਨ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਬਰਨਬੀ ਦੇ ਮੇਅਰ ਮਾਈਕ ਹਾਰਲੀ ਦੇ ਦਸਤਖਤਾਂ ਦੇ ਹੇਠ ਐਲਾਨਨਾਮਾ ਵੀ ਜਾਰੀ ਕੀਤਾ ਗਿਆ। ਬਰਨਬੀ ਦੀ ਵਸਨੀਕ ਬਲਜਿੰਦਰ ਕੌਰ ਨਾਰੰਗ ਵੱਲੋਂ ਇਸ ਸੰਬੰਧੀ ਕੀਤੀਆਂ ਕੋਸ਼ਿਸ਼ਾਂ ਦੀ ਬਦੌਲਤ ਹੀ ਬਰਨਬੀ ਕੌਂਸਲ ਵੱਲੋਂ ਇਹ ਮਾਨਤਾ ਦਿੱਤੀ ਗਈ ਹੈ। ਸਰਦਾਰ ਜਸਵੰਤ ਸਿੰਘ ਖਾਲੜਾ ਨੇ 1984 ਦੀ ਸਿੱਖ ਨਸਲਕੁਸ਼ੀ ਆਪਰੇਸ਼ਨ ਬਲੂ ਸਟਾਰ ਸਮੇਤ ਪੰਜਾਬ ਦਾ ਕਾਲਾ ਦੌਰ ਆਪਣੇ ਅੱਖੀਂ ਤੱਕਿਆ ਸੀ। ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਉਹ ਕਾਰਕੁਨ ਸਨ ਜਿਨ੍ਹਾਂ ਨੇ ਪੰਜਾਬ ਵਿੱਚ ਖਾੜਕੂਵਾਦ ਵੇਲੇ ਲਾਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕੀਤਾ ਸੀ। ਉਹਨਾਂ ਜੂਨ 1984 ਤੋਂ ਲੈ ਕੇ ਦਸੰਬਰ 1994 ਦੌਰਾਨ ਪੰਜਾਬ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਦੀਆਂ 25,000 ਅਣਪਛਾਤੀਆਂ ਲਾਸ਼ਾਂ ਦਾ ਵੇਰਵਾ ਵੀ ਤਿਆਰ ਕੀਤਾ ਸੀ, ਜਿਨ੍ਹਾਂ ਲਾਸ਼ਾਂ ਨੂੰ ਪੰਜਾਬ ਪੁਲਿਸ ਨੇ ਲਾਵਾਰਿਸ ਕਹਿ ਕੇ ਸੰਸਕਾਰ ਕਰ ਦਿੱਤਾ ਸੀ। ਉਹਨਾਂ ਇਹ ਹੈਰਾਨੀਜਨਕ ਅੰਕੜੇ ਇਕੱਠੇ ਕਰਕੇ ਅਦਾਲਤ ਵਿੱਚ ਵੀ ਪੇਸ਼ ਕਰ ਦਿੱਤੇ ਸਨ।
ਪਰ ਦੁੱਖ ਦੀ ਗੱਲ ਇਹ ਹੈ ਕਿ ਅਦਾਲਤ ਨੇ ਇਸ ਤੇ ਸੁਣਵਾਈ ਤੋਂ ਹੀ ਇਨਕਾਰ ਕਰ ਦਿੱਤਾ। ਅਸੀਂ ਇਸ ਹਕੀਕਤ ਨੂੰ ਸਬੂਤਾਂ ਸਹਿਤ ਦੁਨੀਆ ਦੇ ਸਾਹਮਣੇ ਪੇਸ਼ ਕਰਨ ਲਈ ਆਪਣੇ ਆਪ ਨੂੰ ਉਸ ਮੁਹਿੰਮ 'ਚ ਪਾਇਆ ਜਿੱਥੇ ਸਾਨੂੰ ਕਈਆਂ ਖਤਰਿਆਂ ਦਾ ਵੀ ਸਾਹਮਣਾ ਕਰਨਾ ਪਿਆ, ਲੇਕਿਨ ਅਸੀਂ ਗਏ ਉੱਥੇ ਜਿੱਥੇ ਸਾਡੇ ਭਰਾ ਗਏ ਸੀ। ਅਸੀਂ ਮੜੀਆਂ 'ਚ ਗਏ, ਅਸੀਂ ਜਾ ਕੇ ਉੱਥੇ ਡਿਊਟੀਆਂ ਦਿੰਦੇ ਮੁਲਾਜ਼ਮਾਂ ਨੂੰ ਪੁੱਛਿਆ ਕਿ ਸਾਨੂੰ ਇੰਨਾ ਕੀ ਦੱਸ ਦਿਓ ਕਿ ਇਸ ਸਮੇਂ 'ਚ ਪੁਲਿਸ ਨੇ ਤੁਹਾਨੂੰ ਕਿੰਨੀਆਂ ਕਲਾਸ਼ਾਂ ਦਿੱਤੀਆਂ ਸੀ। ਤਾਂ ਕੋਈ ਕਵੇ ਅਸੀਂ 8-10 ਰੋਜ਼ ਦੀਆਂ ਸਾੜਦੇ ਸਾਂ, ਕੋਈ ਕਹੇ ਕਿ ਕੋਈ ਹਿਸਾਬ ਹੀ ਨਹੀਂ, ਕਦੀ ਟਰੱਕ ਪੂਰਾ ਆ ਜਾਂਦਾ ਸੀ, ਕਦੀ 2-4 ਆਉਂਦੀਆਂ ਸੀ। ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ ਹੈ ਤਾਂ ਉਹਨਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ ਹੈ। ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਊਨਿਸਪਲ ਕਮੇਟੀ ਦਿੰਦੀ ਸੀ, ਕਿਉਂਕਿ ਮਿਊਨਿਸਪਲ ਕਮੇਟੀ ਦੇ ਨਿਯਮ ਨੇ ਇੱਥੇ ਵੀ ਹੋਣਗੇ ਕਿ ਸ਼ਹਿਰ ਦੇ ਵਿੱਚ ਲਾਵਾਰਸ ਲਾਸ਼ ਕੋਈ ਵੀ ਮਿਲੇ ਤਾਂ ਉਹਨੂੰ ਸ਼ਹਿਰ ਦੀ ਮਿਊਨਿਸਪੈਲਿਟੀ ਆਪਣੇ ਖਰਚੇ ਤੇ ਸੰਸਕਾਰ ਕਰਦੀ ਹੈ। ਤਾਂ ਫਿਰ ਗੁਰੂ ਦੇ ਪਿਆਰਿਓ, ਕੋਈ ਕੁਦਰਤੀ ਇਹ ਰਾਹ ਸਾਨੂੰ ਮਿਲ ਗਿਆ ਜਿੱਥੇ ਜਾ ਕੇ ਅਸੀਂ ਵੇਖਿਆ ਕਿ ਸਾਡੇ ਲਾਪਤਾ ਭਰਾਵਾਂ ਦਾ ਪੂਰਾ ਹਿਸਾਬ ਲਿਖਿਆ ਪਿਆ ਸੀ। ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਉੱਥੇ ਰੋਜ਼ਾਨਾ ਕਿੰਨਾ ਬਾਲਣ ਇਸ਼ੂ ਹੁੰਦਾ ਸੀ ਲਿਖਿਆ ਪਿਆ ਸੀ। ਉੱਥੇ ਇਹ ਲਿਖਿਆ ਪਿਆ ਸੀ ਕਿ ਕਿੰਨੀਆਂ ਲਾਸ਼ਾਂ ਕਿਹੜਾ ਪੁਲਿਸ ਅਫਸਰ ਦੇ ਕੇ ਗਿਆ ਹੈ। ਤੇ ਜਦੋਂ ਅਸੀਂ ਉਸ ਤੋਂ ਵੀ ਅੱਗੇ ਗਏ ਤਾਂ ਉੱਥੇ ਇਹ ਵੀ ਲਿਖਿਆ ਪਿਆ ਸੀ ਕਿ ਕਿਹੜਾ ਥਾਣੇਦਾਰ ਕਿੰਨੀਆਂ ਲਾਸ਼ਾਂ ਲੈ ਕੇ ਆਇਆ। ਆਖਰ 6 ਸਤੰਬਰ 1995 ਨੂੰ ਪੁਲਿਸ ਸਰਦਾਰ ਖਾਲੜਾ ਨੂੰ ਵੀ ਉਹਨਾਂ ਦੇ ਘਰੋਂ ਜ਼ਬਰਦਸਤੀ ਚੁੱਕ ਕੇ ਲੈ ਗਈ ਅਤੇ ਥਾਣਾ ਝਬਾਲ ਵਿੱਚ ਉਹਨਾਂ ਨੂੰ ਤਸੀਹੇ ਦਿੱਤੇ ਗਏ। ਪਰ ਸਰਦਾਰ ਖਾਲੜਾ ਪੁਲਿਸ ਦਾ ਤਸ਼ੱਦਦ ਆਪਣੇ ਪਿੰਡੇ ਤੇ ਜਰਦੇ ਰਹੇ ਤੇ ਸੱਚਾਈ ਤੇ ਅੜੇ ਰਹੇ। ਅਖੀਰ ਉਹਨਾਂ ਦੀ ਲਾਸ਼ ਹਰੀਕੇ ਪੱਤਨ ਵਿਖੇ ਰਾਜਸਥਾਨ ਨਹਿਰ ਵਿੱਚ ਰੋੜ ਦਿੱਤੀ ਗਈ ਸੀ। ਬਾਅਦ ਵਿੱਚ CBI ਨੇ ਖਾਲੜਾ ਕੇਸ ਦੀ ਜਾਂਚ ਪੜਤਾਲ ਕੀਤੀ ਤਾਂ ਅਦਾਲਤ ਨੇ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਦੋਸ਼ੀ ਪਾਇਆ ਅਤੇ ਸਜ਼ਾਵਾਂ ਵੀ ਦਿੱਤੀਆਂ। ਹੁਣ ਬਰਨਬੀ ਦੀ ਸਿਟੀ ਕੌਂਸਲ ਨੇ 6 ਸਤੰਬਰ ਦਾ ਦਿਨ, ਜਿਸ ਦਿਨ ਪੁਲਿਸ ਨੇ ਸਰਦਾਰ ਖਾਲੜਾ ਨੂੰ ਘਰੋਂ ਚੁੱਕਿਆ ਸੀ, ਇਸ ਨੂੰ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦਿਵਸ ਵਜੋਂ ਮਨਾਉਣ ਦਾ ਐਲਾਨ ਕਰ ਦਿੱਤਾ ਹੈ। ਚੜ੍ਹਦੀ ਕਲਾ ਟਾਈਮ TV ਲਈ ਸਰੀ ਤੋਂ ਹਰਦਮ ਸਿੰਘ ਮਾਨ ਦੀ ਰਿਪੋਰਟ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਖਾਸ ਸਮਾਗਮ ਅਮਰੀਕਾ ਦੇ ਨਿਊਯਾਰਕ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਸਿੱਖ ਸੈਂਟਰ ਰਿਚਮੰਡ ਹਿੱਲ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਸਮਾਗਮਾਂ ਵਿੱਚ ਕਥਾਵਾਚਕ ਭਾਈ ਅਮਰੀਕ ਸਿੰਘ, ਕੀਰਤਨੀ ਜਥਾ ਗੁਰਪ੍ਰੀਤ ਸਿੰਘ ਬਲੜਵਾਲ ਅਤੇ ਢਾਡੀ ਜਥਾ ਮੋਹਨ ਸਿੰਘ ਵਡਾਲਾ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ। ਇਸ ਮੌਕੇ ਤੇ ਕਈ ਸ਼ਰਧਾਲੂਆਂ ਵੱਲੋਂ ਵਿਸ਼ੇਸ਼ ਤੌਰ ਤੇ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ। ਅੱਜ ਜੋ ਬਹੁਤ ਹੀ ਭਾਗਾਂ ਭਰਿਆ ਦਿਹਾੜਾ ਹੈ, ਜੋ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਪ੍ਰਬੰਧਕਾਂ ਦੇ ਬੜੇ ਹੀ ਵੱਡੇ ਉਪਰਾਲੇ ਦੇ ਨਾਲ ਗੁਰਦੁਆਰਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿੰਨੀਆਂ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਹਾਜ਼ਰੀਆਂ ਭਰ ਰੱਖੀਆਂ ਹਨ, ਸਮੁੱਚੀਆਂ ਸੰਗਤਾਂ ਦਾ ਦਾਸ ਤਹਿ ਦਿਲ ਤੋਂ ਜੋ ਧੰਨਵਾਦ ਕਰਦਾ ਹੈ। ਇਸ ਔਖੀ ਘੜੀ ਦੇ ਵਿੱਚ ਜਦੋਂ ਅਸੀਂ ਆਪਣੇ ਧਰਮ ਤੇ ਜਿਹੜੇ ਗ੍ਰੰਥ ਹੈਗੇ ਨੇ ਉਹਨਾਂ ਦਾ ਮਾਨ ਸਨਮਾਨ ਪੂਰੇ ਤਰੀਕੇ ਨਾਲ ਅੱਗੇ ਲੈ ਕੇ ਜਾ ਰਹੇ ਹਾਂ, ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਮੂਹ ਸਿੱਖ ਸੰਗਤ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਪਤਾ ਹੈ ਜਿਹੜਾ ਸਮੇਂ ਸਿਰ ਸਾਡੇ ਨਾਲ ਬਹੁਤ ਜਾਸਤੀਆਂ ਹੋਈਆਂ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਪਾੜ ਕੇ ਗਲੀਆਂ ਦੇ ਵਿੱਚ ਖਿਲਾਰੇ ਗਏ, ਸਭ ਕੁਝ ਕੀਤਾ ਗਿਆ, ਲੇਕਿਨ ਮੌਕੇ ਦੀਆਂ ਸਰਕਾਰਾਂ ਨੇ ਜਿਹੜੇ ਸਾਨੂੰ ਨਿਆਂ ਨਹੀਂ ਦਿੱਤਾ ਤੇ ਇਸ ਕਰਕੇ ਸਾਨੂੰ ਆਪ ਸਟੈਂਡ ਹੋਣਾ ਪਏਗਾ, ਆਪ ਸਾਨੂੰ ਵੱਧ ਚੜ੍ਹ ਕੇ ਉਹ ਕਰਨਾ ਪਏਗਾ। ਤੇ ਅਸੀਂ ਇਸ ਕਰਕੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਦੰਭੀ ਪਖੰਡੀ ਡੇਰੇਦਾਰਾਂ ਨੂੰ ਉਹਨਾਂ ਤੋਂ ਹਟਾ ਕੇ ਗੁਰੂ ਦੇ ਲੜ ਲਾਇਆ ਗੁਰੂ ਸਾਹਿਬ ਜੀ ਨੇ। ਜਦੋਂ ਤੱਕ ਅਸੀਂ ਗੁਰੂ ਦੇ ਲੜ ਲੱਗੇ ਰਹਾਂਗੇ ਤੇ ਕਦੀ ਵੀ ਅਸੀਂ ਜ਼ਿੰਦਗੀ ਦੇ ਵਿੱਚ ਧੋਖਾ ਨਹੀਂ ਖਾਵਾਂਗੇ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਮੂਹ ਸੰਗਤਾਂ ਅੱਗੇ, ਜੇਕਰ ਆਪਣਾ ਪਾਰ ਉਤਾਰਾ ਕਰਨਾ ਤੇ ਗੁਰੂ ਦੇ ਲੜ ਲੱਗ ਜਾਓ। ਦੰਭੀ ਫਖੰਡੀਆਂ ਡੇਰੇਦਾਰਾਂ ਨੇ ਕੁਛ ਨਹੀਂ ਦੇਣਾ।
ਉਹਨਾਂ ਨੇ ਇਹ ਚੀਜ਼ਾਂ ਕਰਤਾਣੀਆਂ ਨੇ, ਉਹ ਇਹ ਕਰਤੂਤਾਂ ਵਰਤਾਣੀਆਂ ਨੇ ਜੋ ਵਰਤਾ ਰਹੇ ਨੇ। ਪ੍ਰਧਾਨ ਸਾਹਿਬ, ਕਿੰਨੀ ਕੁ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਆਪਣੇ ਦਿਨ ਦਿਹਾੜੇ ਜਿਹੜੇ ਨੇ, ਗੁਰੂ ਸਾਹਿਬਾਨ ਦੇ ਦਿਨ ਦਿਹਾੜੇ ਜਿਹੜੇ ਨੇ, ਉਹਨਾਂ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜਦੋਂ ਵੀ ਇਹ ਵੱਡੇ ਦਿਹਾੜੇ ਆਉਂਦੇ ਹਨ ਸਾਰਿਆਂ ਨੂੰ ਰਲ ਮਿਲ ਕੇ ਬੜੀ ਹੀ ਸ਼ਰਧਾ ਭਾਵ ਨਾਲ ਮਨਾਉਣੇ ਚਾਹੀਦੇ ਹਨ ਔਰ ਆਪਾਂ ਮਨਾਉਂਦੇ ਹਾਂ। ਦਾਸ ਸਾਰੇ ਸਿੱਖ ਜਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਔਰ ਸਾਰੀ ਸਿੱਖ ਜਗਤ ਨੂੰ ਅਪੀਲ ਕਰਦਾ ਹੈ ਕਿ ਆਪਾਂ ਸਾਰਿਆਂ ਨੇ ਜੋ ਵੀ ਇਹ ਦਿਹਾੜੇ ਆਉਂਦੇ ਹਨ ਵੱਧ ਚੜ੍ਹ ਕੇ ਆਪਾਂ ਮਨਾਇਆ ਕਰਨੇ ਹਨ। ਮੇਰੇ ਨਾਲ ਇਸ ਵੇਲੇ ਹੈਗੇ ਨੇ ਸਰਦਾਰ ਜਸਵਿੰਦਰ ਸਿੰਘ ਪਿੰਡ ਅਕਾਲਾ ਤੋਂ। ਪਿੰਡ ਅਕਾਲਾ ਵਾਲਿਆਂ ਦੀ ਇਹ ਹਰ ਗੁਰਪੁਰਬ ਦੇ ਉੱਤੇ, ਹਰ ਮਾਹੌਲ ਦੇ ਉੱਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿਹੜੀ ਗੁਰੂ ਘਰ ਸੰਗਤ ਹੁੰਦੀ ਉਹਨਾਂ ਦੀ ਸੇਵਾ ਕਰੀਏ। ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਫਲੂਦਾ ਕੁਲਫੀ, ਸ਼ਾਇਦ ਇਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ, ਉਹਦਾ ਸਟਾਲ ਜਿਹੜਾ ਉਹ ਲਾ ਰਹੇ ਨੇ। ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਗੁਰਪੁਰਬ ਪ੍ਰਕਾਸ਼ ਦਿਵਸ ਸੰਗਤਾਂ ਨੇ ਬਹੁਤ ਧੂਮਧਾਮ ਨਾਲ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਵਿਖੇ ਮਨਾਇਆ, ਜਿਹਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕ। ਸਾਰੇ ਸਿੰਘਾਂ ਨੂੰ ਇੱਥੇ ਆਉਣ 'ਤੇ ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈ ਦਿੰਦੇ ਹਾਂ। ਅਤੇ ਬਾਕੀ ਥੈਂਕ ਯੂ ਤੁਹਾਡਾ ਵੀ, ਤੁਸੀਂ ਆਏ ਹੋ ਅਤੇ ਇੱਥੇ ਆਣ ਕੇ ਸਾਡਾ ਹੌਸਲਾ ਵਧਾਉਂਦੇ ਹੋ। ਮੇਰੇ ਨਾਲ ਲੱਗੇ ਸਾਰੇ ਸਾਡੇ ਤਕਰੀਬਨ ਮੇਰੇ ਪਿੰਡ ਵਾਲੇ ਮੁੰਡੇ ਜਾਂ ਮੇਰੇ ਭਤੀਜੇ, ਸਾਰੇ ਅਸੀਂ ਇਕੱਠੇ ਰਲ ਕੇ ਹੀ ਇਹ ਪ੍ਰੋਗਰਾਮ ਕਰਨੇ ਆ। ਰਿਪਬਲਿਕਨ ਪਾਰਟੀ ਦੇ ਉੱਚ ਨੇਤਾਵਾਂ ਨੇ ਕੋਰੋਨਾ ਇਨਫੈਕਸ਼ਨ ਤੋਂ ਪਹਿਲਾਂ ਅਰਥ ਵਿਵਸਥਾ ਵਿੱਚ ਨਵੀਂ ਜਾਨ ਫੂਕਣ ਦੇ ਲਈ ਰਾਸ਼ਟਰਪਤੀ ਟਰੰਪ ਦੀ ਤਾਰੀਫ ਕੀਤੀ ਹੈ। ਪਾਰਟੀ ਦੇ ਰਾਸ਼ਟਰੀ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਸਿਰਫ ਟਰੰਪ ਹੀ ਚੀਨ ਦੀ ਹਿੰਸਕ ਹਮਲਾਵਰ ਨੀਤੀ ਤੇ ਰੋਕ ਲਾ ਸਕਦੇ ਨੇ। ਉਹਨਾਂ ਕਿਹਾ ਕਿ ਜੇਕਰ ਅਮਰੀਕਾ ਦੇ ਲੋਕ ਦੇਸ਼ ਦੀ ਸੁਰੱਖਿਆ ਤੇ ਆਪਣੀ ਆਜ਼ਾਦੀ ਕਾਇਮ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਟਰੰਪ ਨੂੰ ਦੁਬਾਰਾ ਚੁਣਨਾ ਚਾਹੀਦਾ ਹੈ। ਵਿਦੇਸ਼ ਦੌਰੇ ਤੇ ਹੋਣ ਦੇ ਬਾਵਜੂਦ ਵੀ ਸਿਆਸੀ ਭਾਸ਼ਣ ਦੇਣ ਸੰਬੰਧੀ ਆਲੋਚਨਾਵਾਂ ਤੋਂ ਬੇਪਰਵਾਹ ਪੋਂਪੀਓ ਨੇ ਕਿਹਾ ਹੈ ਕਿ ਉਹ ਨਿੱਜੀ ਹੈਸੀਅਤ ਨਾਲ ਭਾਸ਼ਣ ਦੇ ਰਹੇ ਨੇ। ਸੰਮੇਲਨ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਟਰੰਪ ਦੇ ਪਹਿਲੇ ਕਾਰਜਕਾਲ ਵਿੱਚ ਲੱਖਾਂ ਨੌਕਰੀਆਂ ਪੈਦਾ ਹੋਈਆਂ ਨੇ। ਅਰਥ ਵਿਵਸਥਾ ਦੀ ਬਿਹਤਰੀ ਲਈ ਟਰੰਪ ਨੂੰ ਇੱਕ ਹੋਰ ਮੌਕਾ ਦੇਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੈਮੋਕ੍ਰੈਟਿਕ ਪਾਰਟੀ ਦੇ ਨੈਸ਼ਨਲ ਕਨਵੈਨਸ਼ਨ ਵਿੱਚ ਇੱਕ ਭਾਰਤੀ ਸਾਫਟਵੇਅਰ ਇੰਜੀਨੀਅਰ ਨੂੰ ਅਮਰੀਕਾ ਦੀ ਨਾਗਰਿਕਤਾ ਦਿੱਤੀ ਹੈ। ਟਰੰਪ ਨੇ ਨਾਗਰਿਕਤਾ ਦੇਣ ਦੇ ਦੁਰਲੱਭ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਭਾਰਤ ਦੇ ਇੱਕ ਸਾਫਟਵੇਅਰ ਡਿਵੈਲਪਰ ਸਮੇਤ 5 ਪ੍ਰਵਾਸੀਆਂ ਨੂੰ ਅਮਰੀਕੀ ਨਾਗਰਿਕਤਾ ਦੀ ਸਹੁੰ ਚੁਕਾਈ। ਟਰੰਪ ਨੇ ਪ੍ਰੋਗਰਾਮ ਵਿੱਚ ਉਹਨਾਂ ਨੂੰ ਸਿਟੀਜ਼ਨ ਸਰਟੀਫਿਕੇਟ ਸੌਂਪਿਆ। ਨਾਗਰਿਕਤਾ ਹਾਸਲ ਕਰਨ ਵਾਲੀ ਦਾ ਨਾਮ ਸੁਧਾ ਸੁੰਦਰੀ ਨਾਰਾਇਣਨ ਹੈ। ਵਾਈਟ ਹਾਊਸ ਵਿੱਚ ਹੋਏ ਇਸ ਨੈਸ਼ਨਲ ਕਨਵੈਨਸ਼ਨ ਦੇ ਵਿੱਚ 5 ਦੇਸ਼ਾਂ ਦੇ ਨਾਗਰਿਕਾਂ ਨੂੰ ਮੈਂਬਰਸ਼ਿਪ ਦਿੱਤੀ ਗਈ। ਅਮਰੀਕੀ ਗ੍ਰਹਿ ਸੁਰੱਖਿਆ ਦੇ ਕਾਰਜਕਾਰੀ ਮੰਤਰੀ ਨੇ ਇਹਨਾਂ ਸਾਰੇ ਨਾਗਰਿਕਾਂ ਨੂੰ ਵਫਾਦਾਰੀ ਦੀ ਸਹੁੰ ਚੁਕਾਈ। ਸੁਧਾ ਨੂੰ ਟਰੰਪ ਨੇ ਉਹਨਾਂ ਦਾ ਨਾਗਰਿਕਤਾ ਦਾ ਸਰਟੀਫਿਕੇਟ ਸੌਂਪਿਆ। ਕਨਵੈਨਸ਼ਨ ਸੈਸ਼ਨ ਵਿੱਚ ਟਰੰਪ ਦੀ ਪਤਨੀ ਮੇਲਾਨੀਆ ਨੇ ਵੀ ਹਿੱਸਾ ਲਿਆ। ਮੇਲਾਨੀਆ ਨੇ ਕਿਹਾ ਕਿ ਉਹਨਾਂ ਨੇ ਸਿਟੀਜ਼ਨ ਟੈਸਟ ਦੇ ਲਈ ਪੜ੍ਹਾਈ ਵੀ ਕੀਤੀ ਹੈ। ਸਖਤ ਮਿਹਨਤ ਅਤੇ ਦ੍ਰਿੜ ਸੰਕਲਪ ਦੇ ਨਾਲ ਉਹ ਇੱਕ ਅਮਰੀਕੀ ਨਾਗਰਿਕ ਬਣ ਪਾਈ ਹੈ। ਇੱਥੇ ਦੱਸ ਦਈਏ ਕਿ ਟਰੰਪ ਦਾ ਹਮੇਸ਼ਾ ਤੋਂ ਹੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ ਸਖਤ ਰਵੱਈਆ ਰਿਹਾ ਹੈ। ਅੱਜ ਦੀਆਂ ਨਾਰਥ ਅਮਰੀਕਾ ਨਿਊਜ਼ ਵਿੱਚ ਬਸ ਇਹ ਨਹੀਂ। ਹੁਣ ਤੁਸੀਂ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆ ਗਿਆ। ਧੰਨਵਾਦ ਜੀ।